रेड एफएम ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਢਾਲੀਵਾਲ। ਬੀਜੇਪੀ ਦੀ ਗੁਜਰਾਤ ਵਿੱਚ ਹੁੰਜਾ ਫੇਰ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਸੀ ਵੀ ਉਹ ਉੱਥੇ ਸਰਕਾਰ ਬਣਾ ਰਹੇ ਨੇ, ਪਰ ਸਿਰਫ 5 ਸੀਟਾਂ ਆਈਆਂ। ਦੂਜੇ ਪਾਸੇ ਜੇ ਹਿਮਾਚਲ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਸਰਕਾਰ ਬਣੀ ਹੈ। ਬੀਜੇਪੀ ਤੇ ਕਾਂਗਰਸ ਦੇ ਅੰਦਰ ਫਸਵਾਂ ਮੁਕਾਬਲਾ ਸੀ। ਆਮ ਆਦਮੀ ਪਾਰਟੀ ਜ਼ੋਰ ਤਾਂ ਲਾ ਰਹੀ ਸੀ, ਪਰ ਫਿਰ ਜ਼ੋਰ ਜ਼ਿਆਦਾ ਧਿਆਨ ਗੁਜਰਾਤ ਵੱਲ ਕੇਂਦਰ ਕਰ ਦਿੱਤਾ ਸੀ। ਇਹ ਨਤੀਜਿਆਂ ਦਾ, ਚੋਣ ਨਤੀਜਿਆਂ ਦਾ ਪੰਜਾਬ ਤੇ ਕੀ ਅਸਰ ਪਊਗਾ, ਆਮ ਆਦਮੀ ਪਾਰਟੀ ਤੇ ਓਵਰਆਲ ਦੇਸ਼ ਦੀ ਰਾਜਨੀਤੀ ਕਿੱਧਰ ਦਾ ਰੁਖ ਕਰ ਰਹੀ ਹੈ, ਉਸ ਉੱਤੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਰਿਤੇਸ਼ ਲੱਖੀ ਜੀ। ਬਹੁਤ ਬਹੁਤ ਸਵਾਗਤ ਹੈ ਰਿਤੇਸ਼ ਜੀ। ਸਤਿ ਸ਼੍ਰੀ ਅਕਾਲ ਸ਼ੁਭਕਰਮਨ ਜੀ। ਰਿਤੇਸ਼ ਜੀ, ਨਤੀਜੇ ਆ ਗਏ ਨੇ ਗੁਜਰਾਤ ਵਿੱਚ ਤਾਂ ਰਿਕਾਰਡ ਤੋੜ ਜਿੱਤ ਹੈ। ਉੱਥੇ ਕਿਹਾ ਜਾ ਰਿਹਾ ਵੀ ਬੀਜੇਪੀ ਨੇ ਮੋਦੀ ਫੈਕਟਰ ਬਹੁਤ ਜ਼ਿਆਦਾ ਕੰਮ ਕੀਤਾ, ਪਰ ਜੇ ਦੂਜੇ ਪਾਸੇ ਦੇਖ ਲਈਏ ਹਿਮਾਚਲ ਦੇ ਅੰਦਰ ਮੋਦੀ ਫੈਕਟਰ ਕੰਮ ਨਹੀਂ ਕੀਤਾ ਤੇ ਕਾਂਗਰਸ ਸਰਕਾਰ ਬਣਾ ਗਈ। ਇਸ ਦੋਨੋਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਜਿਹੜੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਨਤੀਜੇ ਆਏ ਨੇ, ਇਹਨਾਂ ਦੇ ਵਿੱਚ ਇਹ ਸੂਬਿਆਂ ਲਈ ਤਾਂ ਇਹ ਕੋਈ ਸਰਪ੍ਰਾਈਜ਼ ਨਹੀਂ ਨੇ, ਕਿਉਂਕਿ ਗੁਜਰਾਤ ਦੇ ਵਿੱਚ ਪਿਛਲੇ ਕਈ ਟਰਮਸ ਤੋਂ ਬੈਕ ਟੂ ਬੈਕ ਬੀਜੇਪੀ ਦੀਆਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਤੇ ਇਹ ਸਿਲਸਿਲਾ ਨਰਿੰਦਰ ਮੋਦੀ ਹੋਣਾ ਵੱਲੋਂ ਹੀ ਸ਼ੁਰੂ ਕੀਤਾ ਗਿਆ ਤੇ ਉੱਥੇ ਕਾਂਗਰਸ ਨੇ ਪਿਛਲੇ ਤਕਰੀਬਨ 25-30 ਸਾਲਾਂ ਦਾ ਜਿਹੜਾ ਇੱਕ ਰਿਕਾਰਡ ਹੈ ਉਹਦੇ ਵਿੱਚ ਬੀਜੇਪੀ ਉੱਤੇ ਹੈ। ਸੋ ਗੁਜਰਾਤ ਲਈ ਨੋ ਸਰਪ੍ਰਾਈਜ਼। ਹਿਮਾਚਲ ਪ੍ਰਦੇਸ਼ ਲਈ ਵੀ ਕੋਈ ਸਰਪ੍ਰਾਈਜ਼ ਇਸ ਵਾਸਤੇ ਨਹੀਂ ਮੈਂ ਕਹਿੰਦਾ, ਕਿਉਂਕਿ ਹਿਮਾਚਲ ਪ੍ਰਦੇਸ਼ ਦਾ ਵੀ ਜੇ ਤੁਸੀਂ ਚੋਣ ਇਤਿਹਾਸ ਵੇਖੋਗੇ ਉਸ ਦੇ ਵਿੱਚ ਵੀ ਹਮੇਸ਼ਾ ਪਾਰਟੀਆਂ ਬਦਲਦੀਆਂ ਰਹੀਆਂ ਨੇ ਜਿੱਤਣ ਵਾਲੀਆਂ, ਯਾਨੀ ਕਿ ਹਰ ਟਰਮ ਦੇ ਵਿੱਚ ਇੱਕ ਨਵੀਂ ਪਾਰਟੀ, ਕਾਂਗਰਸ ਬੀਜੇਪੀ ਐਵੇਂ ਹੀ ਉੱਥੇ ਵੀ ਸਿਸਟਮ ਚੱਲਦਾ ਰਿਹਾ, ਜਿਵੇਂ ਕਿ ਪਹਿਲਾਂ ਪੰਜਾਬ ਵਿੱਚ ਹੋਇਆ ਕਰਦਾ ਸੀ। ਅਕਾਲੀ ਦਲ ਨੇ 2012 ਦੇ ਵਿੱਚ ਇੱਕ ਤਰੀਕੇ ਦਾ ਜਿਹੜਾ ਸਿਲਸਿਲਾ ਤੁਰਦਾ ਰਿਹਾ ਸੀ ਉਸ ਨੂੰ ਤੋੜਿਆ ਸੀ ਜਦੋਂ ਰਿਪੀਟ ਕੀਤੇ ਸੀ। ਹਰਿਆਣਾ ਦੇ ਵਿੱਚ ਵੀ ਇਹੀ ਸਥਿਤੀ ਸੀ, ਲੇਕਿਨ ਹਰਿਆਣਾ ਦੇ ਵਿੱਚ ਵੀ ਬੀਜੇਪੀ ਨੇ 2019 ਦੇ ਵਿੱਚ ਜਿਹੜਾ ਸੀ ਉਹ ਰਿਪੀਟ ਕਰਕੇ ਉਹ ਟ੍ਰੈਂਡ ਨੂੰ ਤੋੜਤਾ। ਤਾਂ ਪੰਜਾਬ ਤੇ ਹਰਿਆਣੇ ਸੂਬਿਆਂ ਦੇ ਵਿੱਚ ਉਹ ਟ੍ਰੈਂਡ ਟੁੱਟ ਗਿਆ, ਲੇਕਿਨ ਹਿਮਾਚਲ ਪ੍ਰਦੇਸ਼ ਜਿਹੜਾ ਇੱਕ ਹੋਰ ਗੁਆਂਢੀ ਸੂਬਾ ਸੀ ਜਿਸ ਦੇ ਵਿੱਚ ਵੀ ਉਹੀ ਟ੍ਰੈਂਡ ਸੀ, ਉਹ ਉਹਨਾਂ ਨੇ ਆਪਣੇ ਇਸ ਸਿਲਸਿਲੇ ਨੂੰ ਨਹੀਂ ਤੋੜਿਆ। ਸੋ ਇਹ ਚੀਜ਼ ਨਜ਼ਰ ਆ ਰਹੀ ਸੀ, ਲੇਕਿਨ ਜਿਹੜੀ ਸਭ ਤੋਂ ਵੱਡੀ ਨਿਰਾਸ਼ਾ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਹੈ ਉਹ ਹੈ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ। ਹੁਣ ਜਦੋਂ ਪੰਜਾਬ ਦੇ ਵਿੱਚ ਫਰਵਰੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਸਾਨੂੰ ਵਿਸ਼ਲੇਸ਼ਣ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਇਹ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਜਿੱਤ ਹੈ ਉਹ ਗੇਟਵੇ ਹੈ ਭਾਰਤ ਦੀ ਪੋਲਿਟਿਕਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਦਾ। ਦਿੱਲੀ ਦੇ ਵਿੱਚ ਇੱਕ ਮਿਊਨਿਸਪੈਲਿਟੀ ਤੋਂ ਵੱਧ ਕੁਝ ਸਰਕਾਰ ਦੀ ਕੋਈ, ਜੇ ਆਪਾਂ ਧਿਆਨ ਨਾਲ ਸਮਝੇ, ਕੋਈ ਵੈਲਿਊ ਨਹੀਂ ਆ। ਜਿਹੜੇ ਐਮਸੀਡੀ ਦੇ ਨਤੀਜੇ ਆਏ ਨੇ, ਚਾਹੇ ਦਿੱਲੀ ਅਸੈਂਬਲੀ ਦੇ ਨਤੀਜੇ ਤੁਸੀਂ ਰੱਖ ਲਓ, ਚਾਹੇ ਐਮਸੀਡੀ ਦੇ ਰੱਖ ਲਓ, ਇਹ ਇੱਕੋ ਜਿਹੇ ਨਤੀਜੇ ਨੇ। ਸੋ ਉਹਦੇ ਵਿੱਚ ਵੀ ਚਲੋ ਆਮ ਆਦਮੀ ਪਾਰਟੀ ਅਸੈਂਬਲੀ 'ਚ ਵੀ ਜਿੱਤਦੀ ਰਹੀ ਹੈ ਤੇ ਹੁਣ ਐਮਸੀਡੀ ਵਿੱਚ ਵੀ ਜਿੱਤ ਗਈ, ਲੇਕਿਨ ਦਿੱਲੀ ਕੋਈ ਰਾਜ ਉਸ ਤਰੀਕੇ ਦਾ ਮੁਕੰਮਲ ਨਹੀਂ ਹੈ। ਪੰਜਾਬ ਪਹਿਲਾ ਅਜਿਹਾ ਸੂਬਾ ਸੀ ਜਿਸ ਵਿੱਚ ਕਿ ਪੂਰਨ ਤੌਰ ਤੇ ਚੰਗੇ ਬਹੁਮਤ ਦੇ ਨਾਲ ਇੱਕ ਸਬਸਟੈਂਸ਼ੀਅਲ ਜਿਸਨੂੰ ਕਹਿੰਦੇ ਸਰਕਾਰ, ਯਾਨੀ ਕਿ ਸਰਵ ਸ਼ਕਤੀਮਾਨ ਸਰਕਾਰ ਕਹਾਂਗੇ, ਜਿਸ ਦੇ ਹੱਥ ਵਿੱਚ, ਜਿਸ ਦੇ ਮੁੱਖ ਮੰਤਰੀ ਦੇ ਹੱਥ ਵਿੱਚ ਚੀਜ਼ਾਂ ਨੂੰ ਕਰਨ ਦੀ ਸਮਰੱਥਾ ਹੋਵੇ। ਉਮੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਸੀਗੀ। ਬਿਲਕੁਲ। ਤਾਂ ਉਹ ਜਦੋਂ ਇਹ 2022 ਫਰਵਰੀ ਦੇ ਨਤੀਜੇ ਤਾਂ ਸਾਨੂੰ ਬਹੁਤ ਆਸ ਸੀ ਤੇ ਸਾਰੇ ਦੇਸ਼ ਦੇ ਵਿੱਚ ਇੱਕ ਨਵਾਂ ਨੈਰੇਟਿਵ ਚੱਲਿਆ ਤੇ ਮੈਂ ਵੀ ਉਸ ਚੀਜ਼ ਨੂੰ ਮੰਨਦਾ ਸੀ ਕਿ ਮੇਰੇ ਵੀ ਜ਼ਿਹਨ ਦੇ ਵਿੱਚ ਇਹ ਸੀ ਵੀ ਹੁਣ ਆਮ ਆਦਮੀ ਪਾਰਟੀ ਇੱਕ ਬਦਲ ਜਿਹੜਾ ਹੈ ਕਾਂਗਰਸ ਦਾ, ਜੋ ਕਾਂਗਰਸ ਵੀਨ ਆਊਟ ਹੋ ਰਹੀ ਹੈ, ਫੇਡ ਆਊਟ ਹੋ ਰਹੀ ਹੈ, ਉਹ ਹਰ ਬੀਤਦੇ ਚੋਣ ਦੇ ਨਾਲ ਲੋਕ ਸਭਾ ਦੇ ਵਿੱਚ ਉਸਦੇ ਮੈਂਬਰਾਂ ਦੀ ਗਿਣਤੀ ਘਟ ਰਹੀ ਹੈ, ਸੂਬਿਆਂ ਦੇ ਵਿੱਚ ਉਹਦੀਆਂ ਸਰਕਾਰਾਂ ਬਣਦੀਆਂ ਘਟ ਗਈਆਂ। ਲੇਕਿਨ ਆਹ ਨਤੀਜਿਆਂ ਦੇ ਵਿੱਚ ਮੈਂ ਥੋੜਾ ਹੈਰਾਨ ਵੀ ਹੈ ਕਿ ਆਮ ਆਦਮੀ ਪਾਰਟੀ ਜੋ ਲੱਗ ਰਿਹਾ ਸੀ ਕਿ ਸ਼ਾਇਦ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਦੇ ਵਿੱਚ ਜਲਵਾ ਕਰਕੇ ਦਿਖਾਏਗੀ, ਜੋ ਕਿ ਇਮੀਡੀਏਟ ਗੁਆਂਢੀ ਸਟੇਟ ਹੈ ਸਾਡਾ, ਬਾਰਡਰ ਜੁੜਦੇ ਨਹੀਂ ਹੋਏ। ਹਿਮਾਚਲ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਹਿੱਸਾ ਉਸਦਾ ਨਿਕਲਿਆ ਹੈ। ਸੋ ਉਸ ਰਾਜ ਦੇ ਵਿੱਚ ਪਾਰਟੀ ਖਾਤਾ ਵੀ ਨਹੀਂ ਖੋਲ ਪਾਈ ਤੇ ਮੈਂ ਹੁਣੀ ਅੰਕੜਿਆਂ ਤੇ ਨਜ਼ਰ ਮਾਰ ਰਿਹਾ ਸੀ, ਆਮ ਆਦਮੀ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ 1.10% ਵੋਟ ਪਏ, ਜਦੋਂ ਕਿ ਇੱਕ ਹੋਰ ਸੈਕਸ਼ਨ ਹੁੰਦਾ ਜਿਸ 'ਚ ਆਜ਼ਾਦ ਮੈਂਬਰ ਜਾਂ ਹੋਰ ਜਿਹੜੇ ਧਿਰਾਂ ਹੁੰਦੀਆਂ ਨੇ, ਆਜ਼ਾਦ ਮੈਂਬਰ ਕਹੀਏ, ਅਦਰਸ ਨੂੰ ਆਪਾਂ ਇੰਡੀਪੈਂਡੈਂਟ ਮੈਂਬਰਸ ਕਹਿ ਸਕਦੇ ਹਾਂ, ਉਹ 10.53% ਵੋਟ ਲੈ ਗਏ। ਸੋ ਆਮ ਆਦਮੀ ਪਾਰਟੀ ਦੀ ਐਡੀ ਬੁਰੀ ਹਾਲਤ ਕਿ ਉਹਨਾਂ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੋਟ ਸ਼ੇਅਰ ਸਿਰਫ 1.10% ਹੈ, ਜੋ ਮੈਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਫਾਈਨਲ ਟੈਲੀ ਆਉਣ ਤੋਂ ਬਾਅਦ ਵੇਖਿਆ। ਜੀ ਹਾਂ, 1.10% ਆਮ ਆਦਮੀ ਪਾਰਟੀ ਤੇ ਸੀਟ ਤਾਂ ਕੋਈ ਆਈ ਨਹੀਂ। ਇਹ ਬਹੁਤ ਵੱਡੀ ਨਿਰਾਸ਼ਾ ਹੈ ਪੰਜਾਬ ਦੇ ਵਿੱਚ। ਐਡੀ ਹੁੰਜਾ ਫਿਰ ਜਿੱਤ ਤੋਂ ਬਾਅਦ ਆ ਜਿਹੜੀ 6-7 ਮਹੀਨੇ ਦੀ ਕਾਰਗੁਜ਼ਾਰੀ ਹੈ ਤੇ ਗੁਜਰਾਤ ਦੇ ਵਿੱਚ ਵੀ ਕਮੋਵੇਸ਼ ਇਹੀ ਸਥਿਤੀ ਹੈ। ਸੋ ਸਵਾਲ ਇਹ ਖੜਾ ਹੁੰਦਾ ਵੀ ਹੋਇਆ ਕੀ, ਕਿਉਂਕਿ ਗੁਜਰਾਤ ਦੇ ਵਿੱਚ ਵੀ ਜਦੋਂ ਮਿਊਨਿਸਪੈਲਿਟੀਜ਼ ਦੇ ਕੁਝ ਚੋਣ ਹੋਏ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ, ਉਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਠੀਕ ਸੀ।
ਇੰਜ ਲੱਗ ਰਿਹਾ ਸੀ ਵੀ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਰਿਸਰਜੈਂਸ ਕਰ ਸਕਦੀ ਹੈ, ਉਹਦੇ ਚ ਉਭਾਰ ਉਸਦਾ ਹੋਣਾ ਹੈ, ਹੋ ਜਾਏਗਾ। ਪੰਚਾਇਤੀ ਇਹੀ ਚੋਣਾਂ ਕਾਰਨ 'ਚ ਵੀ ਗੁਜਰਾਤ ਦੀ ਜੋ ਵਧੀਆ ਪਰਫਾਰਮੈਂਸ ਉੱਥੇ ਦੋਸ਼ ਲਾਇਆ ਗਿਆ ਸੀ ਵੀ ਧੱਕੇ ਨਾਲ ਬੀਜੇਪੀ ਆਪਣਾ ਸਰਕਾਰ ਦਾ ਯੂਜ਼ ਕਰ ਰਹੀ ਹੈ ਵੀ ਆਮ ਆਦਮੀ ਪਾਰਟੀ ਦੀ ਪੰਚਾਇਤੀ ਚੋਣਾਂ 'ਚ ਹੇਰ-ਫੇਰ ਵਾਸਤੇ। ਪਰ ਰਿਤੇਸ਼ ਜੀ, ਜਿਹੜੀ ਗਰੰਟੀਆਂ ਦਾ ਸਿਲਸਿਲਾ ਪੰਜਾਬ 'ਚ ਸ਼ੁਰੂ ਕੀਤਾ ਗਿਆ ਸੀਗਾ, ਗਰੰਟੀਆਂ ਦਿੱਤੀਆਂ ਗਈਆਂ ਵੀ ਹਰ ਇੱਕ ਚੀਜ਼ ਦੀ ਗਰੰਟੀ ਸੀ, ਬਿਜਲੀ ਦੇ ਬਿੱਲ ਦੀ ਗਰੰਟੀ ਸੀ, ਪਾਣੀ ਦੇ ਮਸਲੇ ਤੇ ਗਰੰਟੀ ਸੀ, ਹੋਰ ਗਰੰਟੀਆਂ ਸੀ। ਇਹੀ ਗਰੰਟੀਆਂ ਲੈ ਕੇ ਕੇਜਰੀਵਾਲ, ਭਗਵੰਤ ਸਿੰਘ ਮਾਨ ਗੁਜਰਾਤ ਵੀ ਗਏ, ਹਿਮਾਚਲ ਪ੍ਰਦੇਸ਼ ਵੀ ਗਏ, ਪਰ ਉੱਥੇ ਇਹ ਗਰੰਟੀਆਂ ਦਾ ਦਾਅਵਾ ਜ਼ਿਆਦਾ ਵਿਕਿਆ ਨਹੀਂ ਕਹਿ ਲਓ ਜਾਂ ਚੱਲਿਆ ਨਹੀਂਗਾ। ਤਾਂ ਇਹਦਾ ਕੀ ਕਾਰਨ ਲੱਗਦਾ ਹੈਗਾ? ਕਿਉਂਕਿ 5 ਸੀਟਾਂ ਆਈਆਂ ਨੇ, 13% ਵੋਟ ਸ਼ੇਅਰ ਹੈ। ਦੇਖੋ 13% ਵੋਟ ਸ਼ੇਅਰ, 5 ਸੀਟਾਂ, ਚਲੋ ਪਾਰਟੀ ਨੇ ਆਪਣੀ ਸ਼ੁਰੂਆਤ ਤਾਂ ਕੀਤੀ, ਸ਼ੁਰੂਆਤ ਐਵੇਂ ਹੀ ਹੁੰਦੀ ਹੈ, ਥੋੜੀ ਜੇ ਹਲਕੀ ਸ਼ੁਰੂਆਤ ਹੈ ਤਾਂ ਵੀ ਕੋਈ ਗੱਲ ਨਹੀਂ, ਆਪਾਂ ਅਗਲੇ 5 ਸਾਲਾਂ ਬਾਅਦ ਦੇਖਾਂਗੇ ਵੀ ਆਮ ਆਦਮੀ ਪਾਰਟੀ ਕਿੱਥੇ ਖੜਦੀ ਹੈ। ਲੇਕਿਨ ਪੰਜਾਬ ਤੋਂ ਬਾਅਦ ਆਸਾਂ ਬਹੁਤ ਸੀਗੀਆਂ, ਪੰਜਾਬ ਤੋਂ ਬਾਅਦ ਤਾਂ ਇੰਝ ਲੱਗ ਰਿਹਾ ਸੀ ਕਿ ਹੁਣ ਸਰਪ੍ਰਾਈਜ਼ ਚਾਹੀਦੇ ਨੇ, ਹੁਣ ਐਲੀਮੈਂਟਸ ਐਸੇ ਹੋਣੇ ਚਾਹੀਦੇ। ਸ਼ਾਇਦ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਜਿਸ ਤਰੀਕੇ ਦੀਆਂ ਘਟਨਾਵਾਂ ਹੋ ਰਹੀਆਂ ਨੇ, ਠੀਕ ਹੈ, ਆਪਾਂ ਤੁਸੀਂ ਉਹ ਗੱਲ ਜਿਹੜੀ ਜ਼ਿਕਰ ਕੀਤਾ ਹੈ ਕਿ ਪੰਜਾਬ ਸਰਕਾਰ ਦਾ ਬਹੁਤ ਮੋਟਾ ਪੈਸਾ ਜਿਹੜਾ ਸੀ ਇਸ਼ਤਿਹਾਰਬਾਜ਼ੀ ਦੇ ਵਿੱਚ ਖਰਚ ਹੋਇਆ। ਪੰਜਾਬ ਵੱਲੋਂ ਕਾਫੀ ਜ਼ਿਆਦਾਤਰ ਆਪਣੀਆਂ ਜਿਹੜੀਆਂ ਸੋਸ਼ਲ ਮੀਡੀਆ ਦੀ ਐਡ ਸੀਗੀਆਂ, ਜੋ ਕਿ ਆਰਟੀਆਈ ਦੇ ਜ਼ਰੀਏ ਜਾਣਕਾਰੀਆਂ ਜਿਹੜੀਆਂ ਮਿਲੀਆਂ, ਉਹ ਗੁਜਰਾਤ ਤੇ ਟਾਰਗੇਟ ਸੀ। ਤੇ ਕੁਝ ਸਮਾਂ ਐਸਾ ਰਿਹਾ ਜਦੋਂ ਚੋਣ ਅਨਾਉਂਸ ਹੋਏ ਸੀ, ਉਸ ਵਕਤ ਤੱਕ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਝ ਲੱਗ ਰਿਹਾ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਇੱਕ ਮੁਕਾਬਲੇ ਦੇ ਵਿੱਚ ਹੈ। ਲੇਕਿਨ ਬਾਅਦ ਦੇ ਵਿੱਚ ਆਖਿਰ ਦੇ ਕੁਝ ਹਫ਼ਤਿਆਂ ਦੇ ਵਿੱਚ ਪੂਰਾ ਦਾ ਪੂਰਾ ਫੋਕਸ ਪਾਰਟੀ ਨੇ ਗੁਜਰਾਤ ਵੱਲ ਕਰਤਾ। ਉਹਨੂੰ ਇੰਝ ਲੱਗਿਆ ਸੀ ਕਿ ਹਿਮਾਚਲ ਵਾਲਾ ਮੈਦਾਨ ਖਾਲੀ ਹੈ, ਹੁਣ ਪੂਰਾ ਜਿਹੜਾ ਜ਼ੋਰ ਹੈ ਗੁਜਰਾਤ ਵੱਲ ਲਾਓ। ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਦੇ ਵੀ ਜਿਹੜੇ ਜ਼ਿਆਦਾ ਦੌਰੇ ਸੀ ਗੁਜਰਾਤ ਵੱਲ ਫੋਕਸ ਰਹੇ, ਵਿਚ ਮੀਨਸ ਕਿ ਇਹਨਾਂ ਨੂੰ ਗੁਜਰਾਤ ਤੋਂ ਆਸਾਂ ਸੀ। ਉਹ ਠੀਕ ਹੈ ਕਿ 5 ਸੀਟਾਂ ਕੋਈ ਜ਼ਿਆਦਾ ਸੀਟਾਂ ਨਹੀਂ, ਤੇ ਤੀਸਰੀ ਪੋਜੀਸ਼ਨ ਕਾਂਗਰਸ ਦਾ ਤੁਸੀਂ ਬਦਲ ਗੁਜਰਾਤ ਦੇ ਵਿੱਚ ਨਹੀਂ ਬਣ ਪਾਏ, ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਪੂਰੀ ਦੀ ਪੂਰੀ ਜਿਹੜੀ ਦੇਸ਼ ਦੀ ਇੱਕ ਆਪਾਂ ਸਿਲਸਿਲਾ ਪੂਰੇ ਦੇਸ਼ ਭਰ ਵਿੱਚ ਵੇਖ ਰਹੇ, ਕਾਂਗਰਸ ਨੂੰ ਡੈਸੀਮੇਟ ਕਰਨਾ, ਕਾਂਗਰਸ ਨੂੰ ਖਤਮ ਕਰਨਾ, ਬੀਜੇਪੀ ਦਾ, ਅਮਿਤ ਸ਼ਾਹ ਦਾ, ਨਰਿੰਦਰ ਮੋਦੀ ਹੋਣਾ ਦਾ ਇੱਕ ਜਿਹੜਾ ਧਈਆ ਕਰਕੇ ਕੀਤਾ ਹੋਇਆ ਕਿ ਅਸੀਂ ਕਾਂਗਰਸ ਮੁਕਤ ਦੇਸ਼ ਬਣਾਉਣਾ ਹੈ। ਸੋ ਉਸ ਦੇ ਵਿਪਰੀਤ ਨਤੀਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ। ਤਾਂ ਹਿਮਾਚਲ ਪ੍ਰਦੇਸ਼ ਤਾਂ ਕਾਂਗਰਸ ਸਟਰੋਂਗ ਹੋ ਕੇ ਉੱਭਰੀ ਹੈ, ਉਹ ਉਹਨਾਂ ਦਾ ਸਿਲਸਿਲਾ, ਉਹਨਾਂ ਦੀ ਇੱਕ ਹਿਸਾਬ ਕਿਤਾਬ ਰਿਹਾ, ਪੋਲੀਟੀਕਲ ਉਹਨਾਂ ਦਾ ਉਹ ਹੈ। ਲੇਕਿਨ ਆਮ ਆਦਮੀ ਪਾਰਟੀ ਦੇ ਪੱਖੋਂ ਮੈਨੂੰ ਲੱਗਦਾ ਆਪਾਂ ਨੂੰ ਇਹਨਾਂ ਨਤੀਜਿਆਂ ਨੂੰ ਜ਼ਿਆਦਾ ਸਮਝਣ ਦੀ ਲੋੜ ਹੈ, ਕਿਉਂਕਿ ਪੰਜਾਬ ਦੇ ਵਿੱਚ ਇੱਕ ਜਿੱਤ, ਮਜ਼ਬੂਤ ਸਰਕਾਰ ਦਾ ਹੋਣਾ, ਤੇ ਪੰਜਾਬ ਦੀ ਕਾਰਗੁਜ਼ਾਰੀ ਕਿਤੇ ਨਾ ਕਿਤੇ ਐਕਸਪੋਜ਼ ਵੀ ਹੋਏ ਨੇ। ਜਿੰਨਾ ਨੇੜੇ ਕੋਈ ਸੂਬਾ ਪੰਜਾਬ ਦੇ ਸੀ, ਹਿਮਾਚਲ ਪ੍ਰਦੇਸ਼ ਜ਼ਿਆਦਾ ਨੇੜੇ ਸੂਬਾ ਸੀ, ਉਸ ਦੇ ਵਿੱਚ ਜਮਾਂ ਹੀ ਬੁਰਾ ਹਾਲ ਹੋ ਗਿਆ। ਤੇ ਗੁਜਰਾਤ ਥੋੜੀ ਜਿਹੀ ਦੂਰ ਸੀ, ਉੱਥੇ ਥੋੜਾ ਬਹੁਤ ਇਹਨਾਂ ਨੇ ਜਲਵਾ ਦਿਖਾਉਣ ਦੀ, ਆਪਣੀ ਇਸ਼ਤਿਹਾਰਬਾਜ਼ੀ ਦੇ ਨਾਲ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਕਾਮਯਾਬ ਨਹੀਂ ਹੋ ਪਾਈ, ਕਿਉਂਕਿ ਉੱਥੇ ਜਿਹੜੀ ਬੀਜੇਪੀ ਹੈ ਉਹ ਬਹੁਤ ਸਟਰੋਂਗ ਫੁਟਿੰਗ ਤੇ ਹੈ, ਤੇ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਉੱਥੇ ਕੈਂਪੇਨ ਕਰਦਾ ਹੈ ਜਾ ਕੇ, ਉਸ ਦਾ ਗ੍ਰਹਿ ਜਿਹੜਾ ਰਾਜ ਹੈ। ਸੋ ਉੱਥੇ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਹੋਇਆ। ਲੇਕਿਨ ਆਮ ਆਦਮੀ ਪਾਰਟੀ ਨੂੰ ਸਬਕ ਲੈਣ ਦੀ ਲੋੜ ਹੈ, ਕਿਉਂਕਿ ਮੈਂ ਵਾਕਈ ਮੰਨਦਾ ਸੀ ਕਿ ਗੇਟਵੇ ਟੂ ਇੰਡੀਅਨ ਪੋਲਿਟਿਕਸ ਹੈ, ਇਲੈਕਟੋਰਲ ਪੋਲਿਟਿਕਸ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਫਰਵਰੀ 2022 ਦੀ ਜਿੱਤ। ਲੇਕਿਨ ਇਹਨਾਂ ਦੋਵੇਂ ਰਾਜਾਂ ਦੇ ਨਤੀਜਿਆਂ ਨੇ ਉਹ ਸਾਰਾ ਦਾ ਸਾਰਾ ਜਿਹੜਾ ਇਕੁਏਸ਼ਨ ਹੈ, ਸਾਰਾ ਦੀ ਸਾਰੀ ਗੱਲਬਾਤ ਹੈ, ਉਸਨੂੰ ਉੱਥੇ ਪਾਣੀ ਫੇਰਤਾ ਹੈ। ਤੇ ਆਮ ਆਦਮੀ ਪਾਰਟੀ ਨੂੰ ਰਿਵਿਊ ਕਰਨਾ ਪੈਣਾ ਵੀ ਸਿਰਫ ਲੰਬੀਆਂ ਚੌੜੀਆਂ ਗੱਲਾਂ ਕਰਕੇ, ਇਸ਼ਤਿਹਾਰਬਾਜ਼ੀ, ਮੀਡੀਆ ਆਊਟਲੈਟਸ ਦੇ ਜ਼ਰੀਏ ਮਾਹੌਲ ਬਣਾ ਕੇ ਕੰਮ ਨਹੀਂ ਹੋਣਾ। ਅਸਲ ਦੇ ਵਿੱਚ ਕੰਮ ਕਰਕੇ ਦਿਖਾਣੇ ਪੈਣੇ ਨੇ, ਤੇ ਉਹ ਪੰਜਾਬ ਦੇ ਵਿੱਚ ਦਿਸਣੇ ਚਾਹੀਦੇ ਨੇ। ਜੇ ਦਿਸਣਗੇ ਤਾਂ ਫਿਰ ਵਾਕਈ ਨਤੀਜੇ ਤੁਹਾਡੇ ਸਾਹਮਣੇ ਆਣਗੇ, ਜੋ ਕਿ ਇਸ ਵਕਤ ਉਹ ਨਹੀਂ ਲੈ ਪਾਏ। ਰਿਤੇਸ਼ ਜੀ, ਭਗਵੰਤ ਮਾਨ, ਸੀਐਮ ਭਗਵੰਤ ਮਾਨ ਤੇ ਬਹੁਤ ਜ਼ਿਆਦਾ ਦੋਸ਼ ਲੱਗਦੇ ਰਹੇ ਵੀ ਉਹ ਇਲੈਕਸ਼ਨ ਰੈਲੀਆਂ ਕਰ ਰਹੇ ਨੇ ਤੇ ਪਿੱਛੇ ਗਵਰਨੈਂਸ ਦਾ ਬੁਰਾ ਹਾਲ ਹੈ ਪੰਜਾਬ ਦੇ ਅੰਦਰ। ਵਿਰੋਧੀ ਇਹ ਲਗਾਤਾਰ ਉਹਨਾਂ ਤੇ ਨਿਸ਼ਾਨੇ ਸਾਧ ਰਹੇ ਸੀ। ਹੁਣ ਨਤੀਜਿਆਂ ਤੋਂ ਬਾਅਦ ਹੋਰ ਵੀ ਜ਼ਿਆਦਾ ਅਗਰੈਸਿਵਲੀ ਆਪੋਜੀਸ਼ਨ ਸੀਐਮ ਨੂੰ ਘੇਰ ਰਹੀ ਹੈ, ਤੇ ਨਾਲ ਦੀ ਨਾਲ ਪੈਰਲਲ ਸਾਈਮਲਟੇਨੀਅਸਲੀ ਗੋਲਡੀ ਬਰਾੜ ਦਾ ਇੱਕ ਇਸ਼ੂ ਹੋਇਆ, ਕੰਟਰੋਵਰਸੀ ਹੋ ਗਈ। ਤਾਂ ਹੁਣ ਕੀ ਤੁਹਾਨੂੰ ਲੱਗਦਾ ਵੀ ਸੀਐਮ ਵਾਸਤੇ, ਆਮ ਆਦਮੀ ਪਾਰਟੀ ਵਾਸਤੇ ਪੰਜਾਬ 'ਚ ਪ੍ਰੈਸ਼ਰ ਹੋਰ ਵੀ ਦੁੱਗਣਾ ਹੋ ਗਿਆ ਤੂੰ ਡਿਲੀਵਰ ਜਿਹੜੇ ਵਾਅਦੇ ਕੀਤੇ ਸੀ, ਜਾਂ ਗਵਰਨੈਂਸ ਨੂੰ ਲੈ ਕੇ, ਜਾਂ ਗੋਲਡੀ ਬਰਾੜ ਦੇ ਇਸ਼ੂ ਨੂੰ ਲੈ ਕੇ? ਦੇਖੋ ਸਰਟਨਲੀ ਗੋਲਡੀ ਬਰਾੜ ਦਾ ਇੱਕ ਬਹੁਤ ਛੋਟਾ ਜਿਹਾ ਇਸ਼ੂ ਹੈ, ਚਲੋ ਇਸ਼ੂ ਹੈ, ਲੇਕਿਨ ਤੁਸੀਂ ਆਹ ਦੇਖੋ ਜਿਹੜਾ ਹੁਣ ਕੁਝ ਘੰਟੇ ਪਹਿਲਾਂ, 36 ਘੰਟੇ ਪਹਿਲਾਂ ਜਿਹੜੀ ਵੱਡੀ ਘਟਨਾ ਹੁੰਦੀ ਹੈ ਨਕੋਦਰ ਦੇ ਵਿੱਚ, ਜਿਹੜਾ ਵਪਾਰੀ ਮਾਰਤਾ ਗਿਆ, ਉਹਦੇ ਨਾਲ ਉਸਦੀ ਵੀ ਮੌਤ ਹੋ ਜਾਂਦੀ ਹੈ। ਦੇਖੋ ਇਹ ਲਾਅ ਐਂਡ ਆਰਡਰ ਪਿਛਲੇ 1 ਮਹੀਨੇ ਦੇ ਵਿੱਚ 3 ਅਜਿਹੀਆਂ ਵਾਰਦਾਤਾਂ ਜਿਸ ਦੇ ਵਿੱਚ ਪੁਲਿਸ ਸੁਰੱਖਿਆ ਦੇ ਹੇਠ ਲੋਕਾਂ ਨੂੰ ਗੋਲੀਆਂ ਮਾਰਤੀਆਂ ਗਈਆਂ, ਗੈਂਗਸ ਵੱਲੋਂ ਕਹਿ ਲਓ, ਜਾਂ ਇੱਕ ਕੇਸ ਦੇ ਵਿੱਚ ਇੱਕ ਵਿਅਕਤੀਗਤ ਸੰਦੀਪ ਜਿਹੜਾ ਸੰਨੀ ਮੁੰਡਾ ਸੀ ਉਹਨੇ ਮਾਰਤੀ, ਲੇਕਿਨ ਸੁਰੱਖਿਆ ਦੇ ਵਿੱਚ ਜਾ ਕੇ ਗੋਲੀਆਂ ਚੱਲ ਰਹੀਆਂ ਨੇ। ਤੇ ਇਹ ਚੀਜ਼ਾਂ ਗੁਜਰਾਤ ਦੇ ਇਲੈਕਸ਼ਨਾਂ ਜਾਂ ਹਿਮਾਚਲ ਦੇ ਇਲੈਕਸ਼ਨਾਂ ਦੇ ਨਜ਼ਰੀਏ ਤੋਂ ਵੀ ਇੰਪੋਰਟੈਂਟ ਸੀ, ਕਿਉਂਕਿ ਖਬਰਾਂ ਤਾਂ ਉੱਥੇ ਪਹੁੰਚ ਰਹੀਆਂ ਸੀ। ਲੇਕਿਨ ਹੁਣ ਮੁੱਦਾ ਇਹੀ ਹੈ ਵੀ ਜਿਹੜੀ ਤੁਸੀਂ ਗੱਲ ਕਹੀ ਕਿ ਡਿਲੀਵਰੀ ਤਾਂ ਕਰਨੀ ਪੈਣੀ ਹੈ, ਤੇ ਭਗਵੰਤ ਮਾਨ ਸਰਕਾਰ ਨੂੰ ਹੁਣ ਇਸ ਹਵਾਬਾਜ਼ੀ ਤੋਂ ਉੱਤੇ ਨਿਕਲਣ ਦੀ ਲੋੜ ਹੈ। ਇਹਨਾਂ ਨੇ ਪਿਛਲੇ 6-7 ਮਹੀਨਿਆਂ ਦੇ ਵਿੱਚ
ਮੈਂ ਪਹਿਲਾਂ ਤੋਂ ਇੱਕ ਚੀਜ਼ ਦਾ ਬੜਾ ਵੱਡਾ ਇੱਕ ਕ੍ਰਿਟਿਕ ਰਿਹਾ ਤੇ ਮੈਂ ਆਪਣੀਆਂ ਅਲੱਗ-ਅਲੱਗ ਜਦੋਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਕਿਸੇ ਪਬਲਿਕ ਮੰਚ ਤੋਂ ਮੈਂ ਇਹ ਜ਼ਰੂਰ ਕਹਿੰਦਾ ਰਿਹਾ ਹਾਂ ਕਿ ਤੁਸੀਂ ਸਰਕਾਰ ਨਵੀਂ ਬਣਾਈ ਹੈ, ਤੁਹਾਨੂੰ ਬਹੁਤ ਹੀ ਡਾਊਨ ਟੂ ਅਰਥ ਹੋ ਕੇ ਹੰਬਲ ਹੋ ਕੇ ਕੰਮ ਕਰਨ ਦੀ ਲੋੜ ਹੈ। ਤੁਹਾਨੂੰ ਇਸ਼ਤਿਹਾਰਬਾਜ਼ੀ 'ਚ ਪੈਣ ਦੀ ਲੋੜ ਨਹੀਂ। ਇਸ਼ਤਿਹਾਰਬਾਜ਼ੀ ਕਰਨ ਦਾ ਸਮਾਂ ਆਏਗਾ, ਤੁਹਾਡਾ ਆਖਰੀ ਸਾਲ 1.5 ਸਾਲ, ਉਸ ਵਕਤ ਤੁਸੀਂ ਆਪਣਾ ਤੁਹਾਡੇ ਕੋਲ ਕੀਤੇ ਹੋਏ ਕੰਮ ਹੋਣਗੇ, ਤੁਸੀਂ ਉਹਨਾਂ ਦੇ ਸਿਰ ਉੱਤੇ ਚੀਜ਼ਾਂ ਦੱਸ ਸਕਦੇ ਹੋ, ਦਰਸਾ ਸਕਦੇ ਹੋ। ਲੇਕਿਨ ਆਹ ਕੋਈ ਟਾਈਮ ਨਹੀਂ ਸੀਗਾ। ਦੇਖੋ ਹੁਣ ਸੂਬੇ ਦਾ ਆਰਟੀਏ ਦੇ ਵਿੱਚ ਹਰ 2 ਮਹੀਨੇ ਬਾਅਦ ਜਾਣਕਾਰੀ ਆਉਂਦੀ ਹੈ। ਹੁਣ ਤਾਂ ਆਰਟੀਏ ਦੇ ਵਿੱਚ ਇਨਫੋਰਮੇਸ਼ਨ ਦੇਣੀ ਵੀ ਉਹ ਕਰਤੀ ਗਈ ਹੈ ਤੇ ਉਹ ਜਿਹੜਾ ਇੰਨਾ ਲੰਮਾ ਚੌੜਾ ਖਰਚਾ ਜਿਹੜਾ ਤੁਸੀਂ ਕੀਤਾ ਜਾ ਕੇ ਗੁਜਰਾਤ 'ਚ, ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਨੇ ਐਡਾ ਆਪਣਾ ਕੀਮਤੀ ਸਮਾਂ ਜਿਹੜਾ ਸੀ, ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਜਦੋਂ ਪੰਜਾਬ ਦਾ ਇਲੈਕਸ਼ਨ ਹੋਇਆ ਤਾਂ ਚਿਹਰਾ ਬੇਸ਼ੱਕ ਭਗਵੰਤ ਮਾਨ ਨੂੰ ਐਲਾਨਿਆ ਗਿਆ, ਲੇਕਿਨ ਹਰ ਪੋਸਟਰ ਦੇ ਵਿੱਚ ਤਾਂ ਕੇਜਰੀਵਾਲ ਦੀ ਫੋਟੋ ਸੀ। ਸੋ ਕੇਜਰੀਵਾਲ ਦੇ ਨਾਂ ਦੇ ਉੱਤੇ, ਉਸਦੇ ਬੈਨਰ, ਉਸਦੇ ਲੋਗਨ, ਉਸਦੇ ਸਲੋਗਨ ਦੇ ਉੱਤੇ ਇਲੈਕਸ਼ਨ ਪੰਜਾਬ ਦਾ ਲੜਿਆ ਜਾਂਦਾ ਹੈ। ਠੀਕ ਹੈ, ਭਗਵੰਤ ਮਾਨ ਨੂੰ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਬਣਾਤਾ, ਉਹ ਇੱਕ ਫੈਕਟਰ ਸੀ, ਲੇਕਿਨ ਕਿਸੇ ਵੀ ਤੁਸੀਂ ਉਹਨਾਂ ਦੇ ਪੋਸਟਾਂ ਦੇ ਉੱਤੇ ਦੇਖ ਲਓ, ਕੇਜਰੀਵਾਲ ਸੀ। ਹੁਣ ਕੀ ਲੋੜ ਪੈ ਗਈ ਕਿ ਗੁਜਰਾਤ ਦੇ ਵਿੱਚ ਇਹਨਾਂ ਨੂੰ ਭਗਵੰਤ ਮਾਨ ਨੂੰ ਲਿਜਾਣਾ ਪਿਆ? ਠੀਕ ਹੈ, ਗੁਆਂਢੀ ਸੂਬੇ ਦਾ ਮੁੱਖ ਮੰਤਰੀ ਹੈ, ਉਸਨੇ ਜਾ ਕੇ ਪ੍ਰਚਾਰ ਕਰਨਾ ਹੈ। ਲੇਕਿਨ ਇਸ ਦੌਰਾਨ ਪਿਛਲੇ 1.5 ਮਹੀਨੇ ਤੋਂ ਜਦ ਤੋਂ ਇਹ ਚੋਣ ਅਨਾਉਂਸ ਹੋਈ ਤੇ ਇਲੈਕਸ਼ਨ ਹੁੰਦੇ ਨੇ ਤੇ ਨਤੀਜੇ ਤੁਹਾਡੇ ਸਾਹਮਣੇ ਨੇ। ਪੰਜਾਬ ਦਾ ਇਹਨਾਂ 1.5 ਮਹੀਨਿਆਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਆਪਾਂ ਹੋਰ ਸਾਰੀਆਂ ਚੀਜ਼ਾਂ ਛੱਡ ਦਈਏ, ਪੰਜਾਬ ਦਾ ਪੈਸਾ ਕਿੰਨਾ ਖਰਚ ਹੋਇਆ। ਸ਼ਾਇਦ ਪੈਸਾ ਛੋਟਾ ਅਮਾਉਂਟ ਹੈ, ਮੈਂ ਕਹਾਂਗਾ ਵੀ ਪੈਸਾ ਛੋਟਾ ਅਮਾਉਂਟ ਸਾਡੇ ਤੁਹਾਡੇ ਲਈ ਕੋਈ ਛੋਟਾ ਅਮਾਉਂਟ ਨਹੀਂ ਹੈ, ਕਿਸੇ ਲਈ ਵੀ ਨਹੀਂ ਹੈ, ਲੇਕਿਨ ਪੈਸੇ ਦੀ ਆਪਾਂ ਕੁਆਂਟੀਫਿਕੇਸ਼ਨ ਨੂੰ ਥੋੜਾ ਵੱਖ ਰੱਖ ਦਈਏ ਕਿ ਪੈਸਾ ਕੋਈ ਐਡੀ ਵੱਡੀ ਚੀਜ਼ ਨਹੀਂ ਹੁੰਦੀ। ਮੈਟਰ ਇਹ ਕਰਦਾ ਕਿ ਤੁਸੀਂ ਪੰਜਾਬ ਦੇ ਕੰਮਾਂ ਕਾਜਾਂ ਨੂੰ ਛੱਡ ਕੇ ਪੂਰੀ ਬਾਜ਼ਾਰ ਜਾ ਕੇ ਉੱਥੇ ਬਹਿ ਗਈ, ਮੰਤਰੀ ਸੰਤਰੀ ਵਿਧਾਇਕ ਉੱਥੇ ਆਪਣੇ ਕੰਮ ਛੱਡ ਕੇ, ਆਪਣੇ ਇਲਾਕਿਆਂ ਦੇ ਕੰਮ ਛੱਡ 1.5 ਮਹੀਨਾ ਤੁਸੀਂ ਉਹ ਇੱਕ ਬੜਾ ਵੱਡਾ ਗੈਪ ਦਿੱਤਾ। ਮੁੱਖ ਮੰਤਰੀ ਦਾ ਧਿਆਨ ਹੀ ਪੂਰਾ ਇੱਕ ਅਜਿਹੇ ਸੂਬੇ ਦੇ ਵਿੱਚ ਸੀ। ਸੋ ਤੁਸੀਂ ਹੋਰ ਰਾਜਾਂ ਦੇ ਸਿਆਸੀ ਮਕਸਦ, ਮਨਸੂਬੇ ਤੇ ਮੁਫਾਦਾਂ ਦੀ ਪੂਰਤੀ ਆਪਣੀ ਪਾਰਟੀ ਲਈ ਕਰਨ ਲਈ ਤੁਸੀਂ ਆਪਣੀ ਜਿਹੜੀ ਮੇਨ ਤੁਹਾਡੀ ਜ਼ਿੰਮੇਵਾਰੀ ਹੈ, ਜਿਸ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਹੈ, ਤੁਸੀਂ ਉਸ ਤੋਂ ਮੁਨਕਰ ਹੁੰਦੇ ਹੋ। ਸੋ ਨਤੀਜੇ ਤੁਹਾਡੇ ਸਾਹਮਣੇ ਨੇ। ਚਲੋ ਜੇ ਗੁਜਰਾਤ ਦੇ ਵਿੱਚ ਤੁਸੀਂ ਸੀਟਾਂ ਜਿੱਤੇ ਹੁੰਦੇ 25-30 ਤੇ ਹਿਮਾਚਲ ਦੇ ਵਿੱਚ ਵੀ ਤੁਸੀਂ 10-15 ਦੇ ਨੇੜੇ ਤੇੜੇ ਹੁੰਦੇ, ਮੈਂ ਨਹੀਂ ਕਹਿੰਦਾ ਵੀ ਦੂਸਰੇ ਨੰਬਰ ਤੇ ਹੁੰਦੇ, ਪਹਿਲੇ ਨੰਬਰ ਤੇ ਹੁੰਦੇ, ਜੇ ਕੁਝ ਜਿੱਤੇ ਹੁੰਦੇ ਤਾਂ ਫੇਰ ਵੀ ਥੋੜਾ ਸਮਝ ਆਉਂਦਾ। ਹੁਣ ਤਾਂ ਸਾਨੂੰ ਪੰਜਾਬੀਆਂ ਨੂੰ ਵੀ ਠੱਗਿਆ ਹੋਇਆ ਮਹਿਸੂਸ ਹੋ ਰਿਹਾ ਵੀ ਯਾਰ ਖਰਚੇ ਵੀ ਇੰਨੇ ਕਰਤੇ, ਸਮਾਂ ਵੀ ਉੱਥੇ ਲਾਤਾ, ਪੂਰਾ ਧਿਆਨ, ਤਵੱਜੋ, ਫੋਕਸ ਉੱਥੇ ਪੰਜਾਬ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਫਸਰਾਂ ਦੇ ਸਹਾਰੇ ਸੂਬਾ ਚੱਲੀ ਜਾਂਦਾ ਤੇ ਸੂਬੇ ਦਾ ਹਾਲ ਤੁਹਾਡੇ ਸਾਹਮਣੇ ਹੈ। ਉਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਤੇ ਨਤੀਜੇ ਵੀ ਨਹੀਂ ਚੰਗੇ ਆਏ ਤਾਂ ਫਿਰ ਖੱਟਿਆ ਕੀ? ਠੀਕ ਹੈ ਨਾ। ਸੋ ਇਹ ਇੱਕ ਬਹੁਤ ਵੱਡਾ ਲਾਸ ਹੈ ਤੇ ਹੁਣ ਡਿਲੀਵਰੀ ਇਹਨਾਂ ਨੂੰ ਕਰਨੀ ਪੈਣੀ ਹੈ। ਹੁਣ ਵੀ ਆਪਣੀ ਤੌਰ ਤਰੀਕੇ ਜੇ ਸਰਕਾਰਾਂ ਸੁਧਾਰ ਲੈਣ, ਸਿੱਧੇ ਹੋ ਕੇ ਚੱਲਣ, ਕੰਮ ਕਰਨ। ਹਲੇ ਬਹੁਤ ਸਾਲ ਪਏ ਨੇ, 4.5 ਪੌਣੇ 4.25 ਸਾਲਾਂ ਦਾ ਸਮਾਂ ਅਜੇ ਵੀ ਪਿਆ। ਸੋ ਬਹੁਤ ਸਮਾਂ ਸਰਕਾਰ ਕੋਲ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਨ ਦਾ, ਪ੍ਰਾਪਤੀਆਂ ਦਾ ਕਰੋ ਤੇ ਫਿਰ ਲੋਕਾਂ ਕੋਲ ਜਾਓ, ਨਾ ਕਿ ਤੁਸੀਂ ਇਸ ਤਰੀਕੇ ਨਾਲ ਭੱਜੇ। ਇਹ ਸਾਰੀ ਦਿਖਾਵੇਬਾਜ਼ੀ ਦਾ ਜਿਹੜਾ ਇੱਕ ਦਿਖਾਵੇਬਾਜ਼ੀ ਤੇ ਲਿਫਾਫੇਬਾਜ਼ੀ ਜਿੰਨੀ ਕਿ ਸੀ, ਉਹਦਾ ਹੁਣ ਦੇਖੋ ਢੋਲ ਫਟ ਗਿਆ ਤੁਹਾਡੇ ਸਾਹਮਣੇ, ਪੂਰੀ ਦੀ ਪੂਰੀ ਸਥਿਤੀ। ਹੁਣ ਇਹਨਾਂ ਨਤੀਜਿਆਂ ਨੂੰ ਨਾ ਕੱਲਾ ਦੇਖੀ ਵੀ ਆਮ ਆਦਮੀ ਪਾਰਟੀ ਹਾਰੀ ਹੈ, ਬਲਕਿ ਪੰਜਾਬ ਸਰਕਾਰ ਤੇ ਪੰਜਾਬ ਦੇ ਸੰਸਾਧਨਾਂ ਦਾ ਕਿੰਨਾ ਕੁ ਹਰਜਾ ਇਹਨਾਂ ਚੋਣਾਂ 'ਚ ਹੋਇਆ, ਆਪਾਂ ਉਸ ਦਾ ਵੀ ਹਿਸਾਬ ਕਿਤਾਬ ਸਰਕਾਰ ਤੋਂ ਮੰਗੀਏ ਜੀ। ਤੇ ਜਿਹੜਾ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਜਾਂ ਸਰਪ੍ਰਸਤ ਨੇ ਅਰਵਿੰਦ ਕੇਜਰੀਵਾਲ, ਨਤੀਜਿਆਂ ਤੋਂ ਬਾਅਦ ਉਹਨੇ ਸਟੇਟਮੈਂਟ ਆਉਂਦੀ, ਉਹ ਕਹਿੰਦੇ ਆਮ ਆਦਮੀ ਪਾਰਟੀ ਇਹ ਇਲੈਕਸ਼ਨ ਦੇ ਨਤੀਜਿਆਂ 'ਚ ਨੈਸ਼ਨਲ ਪਾਰਟੀ ਬਣ ਕੇ ਉੱਭਰੀ ਹੈ। ਜਿਸ ਤਰ੍ਹਾਂ ਗੁਜਰਾਤ 'ਚ ਉਹਨੂੰ ਵੋਟ ਸ਼ੇਅਰ ਮਿਲਿਆ, ਪਹਿਲੀ ਵਾਰ ਕਹਿੰਦੇ ਅਸੀਂ ਕੰਟੈਸਟ ਕੀਤਾ ਸੀਗਾ, ਤਾਂ ਤੁਹਾਨੂੰ ਲੱਗਦਾ ਹੈ ਵੀ ਆਲਟਰਨੇਟ ਬਣਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਕਾਂਗਰਸ ਦਾ, ਜੇ ਗੱਲ ਕਰੀਏ, ਕਿਉਂਕਿ ਕਾਂਗਰਸ ਦੇ ਵੋਟ ਸ਼ੇਅਰ ਨੂੰ ਖਾ ਰਹੀ ਹੈ ਜਾਂ ਰੂਲਿੰਗ ਨੂੰ ਜ਼ਿਆਦਾ ਇਫੈਕਟ ਨਹੀਂ ਕਰ ਰਹੀ? ਕੁਝ ਇਹ ਜਿਹਾ ਤੁਹਾਨੂੰ ਲੱਗ ਰਿਹਾ? ਨਹੀਂ ਜੀ, ਨਹੀਂ, ਬਿਲਕੁਲ ਹੀ ਨਹੀਂ। ਇਹੀ ਚੀਜ਼ ਤਾਂ ਹੋ ਨਹੀਂ ਪਾਈ। ਜੇ ਇਹ ਚੀਜ਼ ਹੋ ਵੀ ਪਾਈ ਹੁੰਦੀ ਤਾਂ ਵੀ ਤਸੱਲੀ ਹੁੰਦੀ। ਇਹ ਤਾਂ ਹੁਣ ਦਿਲ ਕੋ ਬਹਿਲਾने के लिए गालिब भी ख्याल अच्छा है ਵਾਲੀ ਗੱਲ ਹੋ ਗਈ। ਹੁਣ ਆਪਾਂ ਕੁਝ ਵੀ ਕਹੀ ਚੱਲੀਏ ਵੀ ਜੀ, ਜੇ ਅਸੀਂ ਇਲੈਕਸ਼ਨ ਨਾ ਲੜ ਰਹੇ ਹੁੰਦੇ ਤਾਂ 5 ਸੀਟਾਂ 7 ਸੀਟਾਂ ਕਾਂਗਰਸ ਨੂੰ ਆ ਜਾਂਦੀਆਂ, ਉਹਨਾਂ ਦਾ ਵੋਟ ਸ਼ੇਅਰ, ਤਾਂ ਅਸੀਂ ਉਹਨਾਂ ਦੇ ਵੋਟ ਨੂੰ ਤੁਸੀਂ ਖਾ ਕੇ ਬੀਜੇਪੀ ਨੂੰ ਹੋਰ ਮਜ਼ਬੂਤ ਕੀਤਾ ਹੈ ਹਨਾ। ਜੇ ਤੁਸੀਂ ਉਸ ਨਜ਼ਰੀਏ ਨਾਲ ਵੇਖ ਲਓ ਤੇ ਤੁਸੀਂ ਕੋਈ ਐਸੀ ਪਰਫਾਰਮੈਂਸ ਨਹੀਂ ਦੇ ਪਾਏ, ਤੁਸੀਂ ਕੋਈ ਐਸਾ ਵੋਟ ਸ਼ੇਅਰ ਨਹੀਂ ਦੇ ਪਾਏ। ਹੁਣ ਤੁਸੀਂ ਜੇ ਇਹੀ ਕਹਿਣਾ ਸੀ ਵੀ ਅਸੀਂ ਖਾਤਾ ਖੋਲਣਾ, ਤਾਂ ਖਾਤਾ ਤਾਂ ਕੇਜਰੀਵਾਲ ਦਾ ਜਿਹੜਾ ਦਿੱਲੀ ਦੇ ਵਿੱਚ ਕੰਮਕਾਜ ਸੀ, ਉਸ ਦੇ ਬੇਸ ਉੱਤੇ ਤੁਹਾਡਾ ਖਾਤਾ ਗੁਜਰਾਤ ਦੇ ਵਿੱਚ ਖੁੱਲ ਜਾਣਾ ਚਾਹੀਦਾ ਸੀ। ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਉੱਥੇ ਉਤਾਰ ਕੇ ਐਡਾ ਖਰਚਾ ਪ੍ਰਚਾਰ ਕਰਵਾ ਕੇ ਇਹ ਦਿਖਾਉਣ ਦੀ ਜੇ ਲੋੜ ਸੀ ਤਾਂ ਉਹਦੇ ਫਿਰ ਨਤੀਜੇ ਕਿੱਥੇ ਨੇ? ਇਟ ਮੀਨਸ ਕਿ ਤੁਹਾਡੀ ਪੂਰੀ ਦੀ ਪੂਰੀ ਸਟ੍ਰੈਟਜੀ, ਰਣਨੀਤੀ ਹੀ ਗਲਤ ਸੀ। ਤੁਸੀਂ ਪੰਜਾਬ ਦਾ ਨੁਕਸਾਨ ਕਰਾਇਆ। ਅਲਟੀਮੇਟ ਜਿਹੜੀ ਗੱਲ ਅੱਜ ਦੀ ਆਪਣੀ ਹੈਗੀ ਹੈ, ਮੈਂ ਇਹ ਜ਼ਰੂਰ ਸਮਝਣਾ ਚਾਹੁੰਦਾ, ਕਿਉਂਕਿ ਠੀਕ ਹੈ, ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਹੋਣਾ ਨੇ ਪੂਰੇ ਦੇਸ਼ ਦੀ ਸਿਆਸਤ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨੀ ਹੈ ਤੇ ਆਪਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਤੱਕ ਚਰਚਾਵਾਂ ਕਰ ਰਹੇ ਸੀ ਕਿ ਪਾਰਲੀਮੈਂਟ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਇੱਕ ਜਿਹੜਾ ਫੁੱਟਪ੍ਰਿੰਟ ਹੈ ਆਮ ਆਦਮੀ ਪਾਰਟੀ ਦਾ ਵਧਣਾ ਸ਼ੁਰੂ ਹੋ ਚੁੱਕਾ, ਵੱਧ ਰਿਹਾ, ਚੰਗੀ ਗੱਲ ਹੈ। ਤੇ ਉਹ ਕਿਸੇ ਨਾ ਕਿਸੇ ਟਾਈਮ ਕਾਂਗਰਸ ਦੇ ਫੁੱਟਪ੍ਰਿੰਟ ਤੋਂ, ਕਾਂਗਰਸ ਦੇ ਨੰਬਰ ਆਫ ਜਿਹੜੇ ਐਮਪੀਜ਼ ਹੈਗੇ ਨੇ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ, ਉਸ ਤੋਂ ਉਹ ਵੱਧ ਸਕਦਾ ਹੈ। ਲੇਕਿਨ ਹੁਣ ਵਧਣ ਦੀ ਗੁੰਜਾਇਸ਼ ਖਤਮ ਹੋ ਜਾਂਦੀ ਹੈ। 2 ਸੂਬਿਆਂ ਦੇ ਵਿੱਚ ਤੁਹਾਡੇ ਵਿਧਾਇਕਾਂ ਦੇ ਨਾਂ ਦੇ ਉੱਤੇ
5 ਵਿਧਾਇਕ ਤੁਹਾਡੇ ਆਉਂਦੇ ਨੇ, ਹਿਮਾਚਲ 'ਚ ਖਾਤਾ ਨਹੀਂ ਖੁੱਲ ਪਾਉਂਦਾ, ਤੁਸੀਂ ਰਾਜ ਸਭਾ ਦੇ ਵੀ ਕਿੰਨੇ ਕੁ ਮੈਂਬਰ ਭੇਜ ਲਓਗੇ? ਸੋ ਉਹ ਜਿਹੜਾ ਸਿਲਸਿਲਾ ਹੈ ਰੁਕਦਾ ਹੈ। ਹੋਰ ਜਿਹੜੀ ਤੁਸੀਂ ਤੁਹਾਡੀ ਆਪਣੀ ਜਿਹੜੀ ਸਿਆਸੀ ਜਿਹੜੀ ਅੱਗੇ ਦੀ ਰੋਡ ਮੈਪ ਸੀ, ਉਹਦੇ ਵਿੱਚ ਹੁਣ ਬੜਾ ਵੱਡਾ ਹੁਣ ਅਗਲੇ ਸਾਲ 2024 ਦੇ ਵਿੱਚ ਇਨਫੈਕਟ ਹਰਿਆਣੇ ਦਾ ਚੋਣ ਹੈ। ਆਪਾਂ ਤਾਂ 3-4 ਜਿਹੜੇ ਰਾਜਾਂ ਦੇ ਆਸ-ਪਾਸ ਦੇ ਚੋਣਾਂ ਦੀ ਗੱਲ ਕਰੀਏ ਜਿੱਥੇ ਕਿ ਆਮ ਆਦਮੀ ਪਾਰਟੀ ਦਾ ਥੋੜਾ ਪ੍ਰਭਾਵ ਹੈ, ਖੁਦ ਅਰਵਿੰਦ ਕੇਜਰੀਵਾਲ ਹਰਿਆਣੇ ਤੋਂ ਆਉਂਦੇ ਨੇ। ਹੁਣ ਜੇ ਹਿਮਾਚਲ ਦੇ ਵਿੱਚ ਤੁਸੀਂ ਤੁਹਾਡੇ ਤੋਂ ਕੁਝ ਨਹੀਂ ਹੋਇਆ ਤਾਂ ਹਰਿਆਣੇ ਦੇ ਵਿੱਚ ਕੀ ਸਥਿਤੀ ਹੋਏਗੀ? ਤੇ ਪੰਜਾਬ ਦਾ ਕੰਮਕਾਜ ਹੁਣ ਹਰਿਆਣੇ ਦੇ 2024 ਦੇ ਚੋਣਾਂ ਤੋਂ ਪਹਿਲਾਂ ਸਾਹਮਣੇ ਹੋਏਗਾ ਹਰਿਆਣੇ ਦੀ ਜਨਤਾ ਦੇ ਵੀ ਪੰਜਾਬ ਤੁਸੀਂ ਕੀ ਕੀਤਾ ਹੈ, ਤੇ ਫਿਰ ਹਿਮਾਚਲ ਦੀ ਤਾਂ ਤੁਸੀਂ ਹੋਈ ਨਹੀਂ ਪਿਕਚਰ 'ਚ। ਸੋ ਤੁਹਾਨੂੰ ਅਗੇਨ ਜੇ ਹਰਿਆਣਾ ਜਿੱਤਣਾ ਹੈ, ਹੁਣ ਤਾਂ ਮੈਂ ਇਹੀ ਕਹਾਂਗਾ ਛੋਟੇ-ਛੋਟੇ ਆਪਾਂ ਸਟੇਟਸ ਨੂੰ ਹੀ ਇਹਨਾਂ ਦਾ ਟਾਰਗੇਟ ਮੰਨ ਕੇ ਚੱਲੀ, ਜੇ ਹਰਿਆਣੇ ਤੇ ਕੋਈ ਕੰਮ ਕਰਨਾ ਹੈ ਤਾਂ ਤੁਸੀਂ ਪੰਜਾਬ ਦੇ ਵਿੱਚ ਕੰਮ ਕਰਕੇ ਵਿਖਾਓ। ਤੁਹਾਨੂੰ ਪੰਜਾਬ ਦੇ ਵਿੱਚ ਰਿਜ਼ਲਟਸ ਦੇਖੋ, ਪੰਜਾਬ ਇਹਨਾਂ ਕੋਲ ਪਹਿਲਾ ਰਾਜ ਹੈ ਤੇ ਉਸ ਰਾਜ ਦੇ ਵਿੱਚ ਜੇ ਇਹਨਾਂ ਨੇ ਹਵਾਬਾਜ਼ੀ ਕੀਤੀ, ਜੇ ਇਹਨਾਂ ਨੇ ਲਿਫਾਫੇਬਾਜ਼ੀ, ਇਸ਼ਤਿਹਾਰਬਾਜ਼ੀ ਦੇ ਨਾਲ ਉਤਲੀਆਂ ਗੱਲਾਂ ਕਰਕੇ, ਜਿਹਨੂੰ ਐਂ ਫੋਕੀਆਂ ਗੱਲਾਂ ਕਹਿੰਦੇ ਕਰਕੇ, ਜੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਤਾਂ ਬਹੁਤ ਕੰਮ ਕਰ ਰਹੇ, ਤਾਂ ਇੰਝ ਲੱਗਦਾ ਕਿ ਮੀਡੀਆ ਹੱਥ 'ਚ ਹੋਵੇ, 4 ਅਖਬਾਰਾਂ ਦੇ ਐਡੀਟਰਾਂ ਨੂੰ ਤੁਸੀਂ ਆਪਣੀ ਗੋਦੀ 'ਚ ਬਿਠਾਇਆ ਹੋਵੇ, ਇਸ਼ਤਿਹਾਰਾਂ ਦੇ ਗੱਫੇ ਵੰਡ ਕੇ ਜਾਂ ਫਿਰ ਅੱਖਾਂ ਦਿਖਾ ਕੇ ਤੁਸੀਂ ਮੀਡੀਆ ਨੂੰ ਦਬਾ ਰਹੇ ਹੋ, ਡਰਾ ਰਹੇ ਹੋ। ਜੇ ਇਸ ਸੋਚ ਦੇ ਨਾਲ, ਇਸ ਰਣਨੀਤੀ ਦੇ ਨਾਲ ਪੰਜਾਬ ਦਾ ਲਾਅ ਐਂਡ ਆਰਡਰ ਸੁਧਰ ਜਾਏ, ਪੰਜਾਬ ਦੇ ਹਾਲਾਤ ਬਿਹਤਰ ਹੋ ਜਾਣ, ਤਾਂ ਤੁਸੀਂ ਆ ਵੀ ਕਰ ਲਓ, ਮੀਡੀਆ ਨੂੰ ਵੀ ਡਰਾ ਲਓ, ਮੀਡੀਆ ਨੂੰ ਵੀ ਹੱਥ 'ਚ ਲੈ ਲਓ। ਲੇਕਿਨ ਜੇ ਤੁਹਾਨੂੰ ਲੱਗਦਾ ਮੀਡੀਆ ਨੂੰ ਹੱਥ 'ਚ ਲੈ ਕੇ, ਖਬਰਾਂ ਨੂੰ ਆਪਣੀ ਮੁੱਠੀ 'ਚ ਪਾ ਕੇ, ਕਿਰਾਏ ਦੇ ਉੱਤੇ ਤੁਸੀਂ ਅਖਬਾਰਾਂ ਦੇ ਕਾਲਮ ਖਰੀਦ ਕੇ, ਇਹ ਸਾਰੀ ਦੀ ਸਾਰੀ ਜਿਹੜੀ ਚਾਲਾਂ ਪੰਜਾਬ 'ਚ ਖੇਡੀਆਂ ਗਈਆਂ, ਖੁੱਲ ਕੇ ਖੇਲੀਆਂ, ਬੇਸ਼ਰਮੀ ਦੇ ਨਾਲ ਖੇਡੀਆਂ ਗਈਆਂ, ਇੰਨਾ ਨਿਘਾਰ ਕਦੇ ਪੰਜਾਬ ਦੇ ਮੀਡੀਆ ਦਾ ਨਹੀਂ ਹੋਇਆ ਜਿੰਨਾ ਆ ਪਿਛਲੇ 4-5 ਮਹੀਨਿਆਂ 'ਚ ਹੋਇਆ। ਜੇ ਇਹ ਸਾਰੀਆਂ ਦੀ ਸਾਰੀਆਂ ਚਾਲਾਂ ਚੱਲ ਕੇ ਵੀ ਤੁਹਾਡਾ ਇਹ ਹਾਲ ਹੈ, ਜਾਂ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਤੁਸੀਂ ਪੰਜਾਬ ਦੇ ਹਾਲਾਤ ਸੁਧਾਰ ਲਓਗੇ, ਤਾਂ ਮੁਬਾਰਕ ਹੋਵੇ, ਤੇ ਤੁਸੀਂ ਅਜਿਹਾ ਕਰੋ। ਅਸੀਂ ਵੀ ਤੁਹਾਡੇ ਨਾਲ ਸਾਥ ਦਾਂਗੇ, ਅਸੀਂ ਤੁਹਾਡੀ ਗੋਦੀ 'ਚ ਬੈਠਣ ਲਈ ਤਿਆਰ ਹੈ, ਠੀਕ ਹੈ ਨਾ। ਲੇਕਿਨ ਪੰਜਾਬ ਦਾ ਹਾਲਾਤ ਸੁਧਰਨਾ ਚਾਹੀਦਾ ਹੈ, ਪੰਜਾਬ ਦੇ ਮਾਹੌਲ ਬਿਹਤਰ ਹੋਣਾ ਚਾਹੀਦਾ, ਉਸ ਪੱਖੋਂ ਕੁਝ ਨਹੀਂ ਹੋ ਪਾ ਰਿਹਾ। ਸੋ ਸਿਰਫ ਮੀਡੀਆ ਦੇ ਵਿੱਚ ਹਵਾ ਬਣਾਉਣ ਦੇ ਨਾਲ ਕੁਝ ਨਹੀਂ ਹੋਣਾ, ਇਸ ਲਈ ਬਾਕੀ ਕੰਮ ਕਰਕੇ ਵਿਖਾਣਾ ਪਾਣਾ। ਤੇ ਇਹ ਤਾਂ ਦੇਖੋ ਨਤੀਜੇ ਬਹੁਤ ਛੋਟੀਆਂ ਗੱਲਾਂ ਨੇ, ਨਤੀਜੇ ਕੰਮ ਤੋਂ ਹੀ ਮਿਲਦੇ ਨੇ। ਜੇ ਇਹਨਾਂ ਨੇ ਲੋਕ ਪ੍ਰਭਾਵਿਤ ਹੋਏ, ਪੰਜਾਬ ਦੇ ਬਦਲ ਲਈ ਪ੍ਰਭਾਵਿਤ ਹੋਏ, ਜਾਂ ਕਹਿ ਲਓ ਦਿੱਲੀ ਦੇ ਕੰਮਕਾਜ ਤੋਂ ਪ੍ਰਭਾਵਿਤ ਹੋਏ, ਤਾਂ ਉਹਨਾਂ ਦਾ ਕੰਮਕਾਜ ਹੋਏਗਾ, ਇਹਨਾਂ ਦਾ ਵਾਅਦਾ ਹੋਏਗਾ। ਲੇਕਿਨ ਹੁਣ ਵਾਅਦੇ ਵੂਦਿਆਂ ਦੇ ਉੱਤੇ ਗੱਲ ਖਤਮ ਹੋ ਗਈ। ਜਦੋਂ ਤੁਹਾਡੇ ਕੰਮ ਕਰਨ ਦਾ ਸਮਾਂ ਆਇਆ ਤੇ ਤੁਸੀਂ ਤਾਂ ਉਹੀ ਪੁਰਾਣੀਆਂ ਪਾਰਟੀਆਂ ਵਾਂਗ, ਉਹੀ ਤੁਹਾਡੇ ਜਵਾਬ, ਉਹੀ ਤੁਹਾਡੇ ਸਵਾਲ, ਉਹੀ ਤੁਹਾਡੇ ਤਰਕ ਵਿਤਰਕ, ਉਹੀ ਤੁਹਾਡੇ ਬਹਾਨੇ, ਉਹੀ ਅਫਸਰਾਂ ਦੇ ਉੱਤੇ ਨਿਰਭਰਤਾ, ਸਭ ਕੁਝ ਤਾਂ ਉਹੀ ਹੈ। ਪਰਨਾਲਾ ਉੱਥੇ ਦਾ ਉੱਥੇ, ਫਿਰ ਬਦਲਾ ਕਾਹਦਾ ਆਇਆ? ਸੋ ਇਹ ਚੀਜ਼ਾਂ ਥੋੜੀਆਂ ਸਮਝਣ ਵਾਲੀਆਂ ਨੇ। ਬਾਕੀ ਲੈਟ ਅਸ ਸੀ ਲੋਕ ਕੀ ਕਰਨ। ਲੋਕਾਂ ਨੇ ਵੋਟ ਦਿੱਤੀ ਸੀਗੀ ਵੀ ਬਦਲਾਵ ਆਊਗਾ, ਚੇਂਜਸ ਆਉਣਗੀਆਂ। ਕਾਂਗਰਸ ਵੇਲੇ ਵੀ ਅਕਾਲੀ ਦਲ ਤੋਂ ਅੱਕੇ ਹੋਏ ਸੀਗੇ, ਕਾਂਗਰਸ ਤੋਂ ਅੱਕੇ ਹੋਏ ਸੀ, ਤਾਂ ਕਰਕੇ ਵੋਟ ਦਿੱਤੀ। ਲੋਕ ਤਾਂ ਫਿਰ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਆ, ਉਹਨਾਂ ਦੀ ਆਸਾਂ ਤੇ ਖਰੀ ਨਹੀਂ ਉਤਰ ਪਾ ਰਹੀ ਸਰਕਾਰ ਹਜੇ ਫਿਲਹਾਲ ਦੀ ਘੜੀ। ਤੇ ਮੈਂ ਨਹੀਂ ਕਹਾਂਗਾ, ਕਿਉਂਕਿ ਹਜੇ ਆਪਾਂ 6-7 ਮਹੀਨੇ ਹੋ ਗਏ ਨੇ, 7-8 ਮਹੀਨੇ ਹੋ ਚੁੱਕੇ ਨੇ, ਨਹੀਂ ਜ਼ਿਆਦਾ ਹੋ ਚੁੱਕੇ ਨੇ, ਸੌਰੀ ਨਾਟ ਰੋਂਗ, ਵਹੀ ਕਹਿਣਾ, ਪੌਣਾ ਸਾਲ ਤਕਰੀਬਨ ਹੋ ਚੁੱਕਾ ਹੈ। ਤੇ ਇਸ ਕਾਰਜ ਕਾਲ ਦੇ ਦੌਰਾਨ ਕਿਸੇ ਵੀ ਸਰਕਾਰ ਨੂੰ ਇਹ ਕੋਈ ਫੇਅਰ ਟਾਈਮ ਨਹੀਂ ਹੈ ਐਨਾਲਾਈਜ਼ ਕਰਨ ਦਾ, ਜੱਜ ਕਰਨ ਦਾ। ਆਪਾਂ ਤਾਂ ਲੇਕਿਨ ਜੋ ਤੁਸੀਂ ਕਰਦੇ ਪਏ ਹੋ, ਜੋ ਤੁਹਾਡਾ ਤਰੀਕਾ ਹੈ ਕੰਮ ਕਰਨ ਦਾ, ਆਪਾਂ ਤਾਂ ਉਸ ਨੂੰ ਬੇਸ ਬਣਾ ਕੇ ਆਪਣੀ ਗੱਲਬਾਤ ਕਰ ਰਹੇ ਹਾਂ। ਤੇ ਉਸ ਦੇ ਵਿੱਚ ਜੋ ਕੁਝ ਜ਼ਮੀਨ ਦੇ ਉੱਤੇ ਘਟਦਾ ਪਿਆ ਹੈ, ਹੋ ਰਿਹਾ ਹੈ, ਉਹ ਦਰਸਾਉਂਦਾ ਕਿ ਨਹੀਂ, ਇਹ ਹਾਲਾਤ ਬਿਹਤਰੀ ਵੱਲ ਨਹੀਂ ਵੱਧਦੇ ਹੋਏ ਨਜ਼ਰ ਆ ਰਹੇ। ਤੁਸੀਂ ਇਹਨੂੰ ਸਰਕਾਰੀ ਦਾਅਵਿਆਂ ਦੇ ਵਿੱਚ, ਇਸ਼ਤਿਹਾਰਾਂ ਦੇ ਵਿੱਚ ਭਾਵੇਂ ਜਿਵੇਂ ਮਰਜ਼ੀ ਦਰਸਾ ਲਓ, ਲੇਕਿਨ ਹਾਲਾਤ ਬਿਹਤਰੀ ਵੱਲ ਵੱਧ ਨਹੀਂ ਰਹੇ ਨੇ, ਤੇ ਉਹਦੇ ਲਈ ਤੁਹਾਨੂੰ ਕੰਮ ਕਰਨਾ ਪੈਣਾ। ਮੈਂ ਇਹ ਨਹੀਂ ਕਹਾਂਗਾ ਕਿ ਆਮ ਆਦਮੀ ਪਾਰਟੀ ਕੋਲ, ਆਪਾਂ ਕਹਿ ਰਹੇ 4.25 ਸਾਲਾਂ ਦਾ ਸਮਾਂ ਅਜੇ ਵੀ ਪਿਆ ਹੈ। 4.25 ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ। ਚੁਣੀ ਹੋਈ ਐਡੀ ਬਰੂਟ ਮੈਂਡੇਟ ਦੇ ਨਾਲ ਚੁਣੀ ਹੋਈ ਸਰਕਾਰ ਨੇ ਬਹੁਤ ਕੁਝ ਕਰਕੇ ਵਿਖਾਣਾ, ਇਹਨਾਂ ਨੇ ਇਹ ਕਰ ਸਕਦੇ ਨੇ, ਕੈਪੈਸਿਟੀ ਹੈ। ਲੇਕਿਨ ਉਹੀ ਹੈ ਨਾ ਵੀ ਜੇ ਮਾਈਂਡਸੈਟ 'ਚ ਇਹ ਹੋਏਗਾ ਵੀ ਅਸੀਂ ਤਾਂ ਮੀਡੀਆ ਦੇ ਜ਼ਰੀਏ ਹੀ ਹਵਾ ਬਣਾ ਲਾਂਗੇ, ਜਦੋਂ ਤੁਹਾਡੇ ਵਤੀਰੇ ਦੇ ਵਿੱਚ ਇੱਕ ਆਰਟੀਫਿਸ਼ੈਲਿਟੀ ਆ ਗਈ, ਤੁਹਾਨੂੰ ਪਤਾ ਵੀ ਯਾਰ ਮੈਂ ਮੀਡੀਆ ਨੂੰ ਕੰਟਰੋਲ ਕਰਾਂ, ਖਬਰਾਂ ਨੂੰ ਕੰਟਰੋਲ ਕਰਾਂ, ਮਾਹੌਲ ਬਣਾਵਾਂ, ਤੇ ਫਿਰ ਉਹਦੇ ਨਾਲ ਹੋਣਾ ਕੁਝ ਨਹੀਂ, ਕਿਉਂਕਿ ਗਰਾਊਂਡ ਤੇ ਕੰਮ ਲੋਕ ਐਕਸਪੈਕਟ ਕਰਦੇ ਨੇ। ਤੇ ਇਹੀ ਵਾਅਦਾ ਸੀਗਾ, ਇਹਦੇ ਵਿੱਚ ਕੋਈ ਫਰਕ ਨਹੀਂ। ਠੀਕ ਹੈ, ਉਹ ਕੰਮ ਹੁਣ ਦਿਸਣ 'ਚ ਵੀ ਕਈ ਵਾਰ ਟਾਈਮ ਲੱਗਦਾ, ਤੇ ਜੇ ਕੁਝ ਅਜਿਹੇ ਕੰਮ ਹੈਗੇ ਨੇ, ਕਿਉਂਕਿ ਮੈਨੂੰ ਤਾਂ ਜਿਹੜੀਆਂ ਚੀਜ਼ਾਂ ਨਜ਼ਰ ਆਈਆਂ, ਮੈਨੂੰ ਤਾਂ ਬਹੁਤ ਹੀ ਫੋਕੀਆਂ, ਬਹੁਤ ਹੀ ਹਵਾ ਦੇ ਵਿੱਚ ਨਜ਼ਰ ਆਈਆਂ। ਇੱਕ ਜਿਉਂ ਦੇ ਛੋਟੀ ਜ਼ਿਆਦਾ ਦਾ ਵੀ ਆਪਾਂ ਜ਼ਿਕਰ ਕਰਨਾ ਚਾਹੀਏ ਤਾਂ ਆਪਣਾ ਗੱਲ ਲੰਬੀ ਹੋ ਜਾਏਗੀ। ਲੇਕਿਨ ਲਾਅ ਐਂਡ ਆਰਡਰ ਤਾਂ ਚਲੋ ਆਪਾਂ ਪਿੱਛੇ ਛੱਡ ਦਿੰਦੇ ਹਾਂ, ਹੋਰ ਵੀ ਬਥੇਰੇ ਚੀਜ਼ਾਂ ਨੇ। ਹੁਣ ਜੇ ਕਰਪਟ ਮੰਤਰੀਆਂ ਦੀ ਧਰ ਪਕੜ ਕਰਕੇ, ਠੀਕ ਹੈ, ਉਹ ਹੋਣੀ ਚਾਹੀਦੀ ਹੈ, ਕਰਪਸ਼ਨ ਜਿਹੜੀ ਹੈ ਉਸ ਉੱਤੇ ਲਗਾਮ ਲੱਗਣੀ ਚਾਹੀਦੀ ਹੈ। ਤੇ ਜਿਹੜੇ ਵੱਡੇ ਲੋਕ ਹੈਗੇ ਨੇ, ਪੋਲੀਟੀਸ਼ੀਅਨ ਹੈਗੇ ਨੇ, ਮੰਤਰੀ ਸੰਤਰੀ ਰਹੇ, ਭ੍ਰਸ਼ਟਾਚਾਰ ਕੀਤਾ, ਉਹਨਾਂ ਨੂੰ ਤੁਸੀਂ ਫੜੋ। ਲੇਕਿਨ ਉਸ ਦੇ ਨਾਲ ਤੁਹਾਨੂੰ ਹੋਰ ਵੀ ਹਰ ਟਰੱਕ ਦੇ ਉੱਤੇ ਕੰਮ ਕਰਨਾ ਪੈਣਾ। ਲਾਅ ਐਂਡ ਆਰਡਰ ਫਿਲਹਾਲ ਦੀ ਸਭ ਤੋਂ ਵੱਡੀ ਸਮੱਸਿਆ ਹੈ। ਪਹਿਲਾਂ ਤਾਂ ਇਹ ਦਿਖਣ ਵਾਲੀ, ਚਰਚਾ ਵਿੱਚ ਆਉਣ ਵਾਲੀ, ਤੇ ਲੋਕਾਂ ਨੂੰ ਇਮੀਡੀਏਟਲੀ ਇਫੈਕਟ ਕਰਨ ਵਾਲੀ, ਜਿਵੇਂ ਰੋਟੀ ਪਾਣੀ ਦਾ ਮਸਲਾ ਹੁੰਦਾ ਨਾ, ਆਪਣੀ ਜ਼ਿੰਦਗੀ ਜਿਉਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਸੇਫਟੀ, ਸਿਕਿਉਰਿਟੀ।
ਖਾਣਾ ਭੋਜਨ ਸੇਫਟੀ ਸਿਕਿਉਰਿਟੀ ਇਹ ਸਭ ਤੋਂ ਮੁੱਢਲੀਆਂ ਚੀਜ਼ਾਂ ਆਉਂਦੀਆਂ ਨੇ। ਉਸ ਤੋਂ ਬਾਅਦ ਆਦਮੀ ਸੋਚਦਾ ਹੈ ਕਿ ਮੈਨੂੰ ਨੌਕਰੀ ਹੈ, ਵਪਾਰ ਹੈ, ਰੋਜ਼ਗਾਰ ਹੈ, ਕਾਰੋਬਾਰ ਹੈ, ਉਹ ਚੀਜ਼ਾਂ ਬਾਅਦ ਚ ਨੇ। ਲੇਕਿਨ ਸਿਕਿਉਰਿਟੀ ਤੇ ਸੇਫਟੀ ਜੇ ਆਦਮੀ ਆਪਣੇ ਆਪ ਨੂੰ ਮਹਿਫੂਜ਼ ਨਹੀਂ ਮਹਿਸੂਸ ਕਰ ਰਿਹਾ ਪੰਜਾਬ ਦੇ ਵਿੱਚ, ਅੱਜ ਜੋ ਸਥਿਤੀ ਆ ਜਿਹੜੀ ਘਟਨਾ ਲੇਟੈਸਟ ਹੋਈ ਹੈ ਤੇ ਹੋ ਰਹੀਆਂ ਨੇ, ਮੈਨੂੰ ਲੱਗਦਾ ਫਿਲਹਾਲ ਤਾਂ ਇਸ ਉੱਤੇ ਫੋਕਸ ਕਰਨ ਤੇ ਨਾਲ ਦੇ ਨਾਲ ਹੋਰ ਚੀਜ਼ਾਂ ਵੀ ਹੁੰਦੀਆਂ ਰਹਿਣਗੀਆਂ। ਬਟ ਨਾਓ ਦੇ ਹੈਵ ਟੂ ਡੂ देयर ਜੌਬ ਵੈਰੀ ਓਨੈਸਟਲੀ, ਇਮਾਨਦਾਰੀ ਦੇ ਨਾਲ ਕਰਨ, ਆਪਣੇ ਸਿੰਸੈਰਿਟੀ ਦੇ ਨਾਲ ਕੰਮ ਕਰਨ। ਸਮਾਂ ਬਹੁਤ ਹੈ, ਕੋਈ ਐਸੀ ਗੱਲ ਨਹੀਂ। ਆਪਾਂ ਇਹਨਾਂ ਨਤੀਜਿਆਂ ਨੂੰ ਗੁਜਰਾਤ ਤੇ ਹਿਮਾਚਲ ਇਜ਼ ਨਾਟ ਐਟ ਐਂਡ ਆਫ ਦਾ ਰੋਡ। ਮੈਂ ਅੱਗੇ ਕਹਿ ਰਿਹਾ ਵੀ 4.25 ਸਾਲ ਜਾਂ 4 ਸਾਲ ਚ ਅੱਗੇ ਤੁਸੀਂ ਕੀ ਕਰਨਾ ਹੈ, ਇਸ ਨੇ ਤੁਹਾਡੇ ਭਵਿੱਖ ਨੂੰ ਤੈਅ ਕਰਨਾ ਹੈ। ਆ 4-5-6 ਮਹੀਨੇ ਦੀ ਹਵਾਬਾਜ਼ੀ ਤੁਸੀਂ ਕਰਕੇ ਵੇਖ ਲੈ, ਨਤੀਜੇ ਤੁਹਾਡੇ ਸਾਹਮਣੇ ਨੇ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਿਤੇਸ਼ ਜੀ, ਤੇ ਧੰਨਵਾਦ। ਦੱਸਣ ਵਾਸਤੇ ਵੀ ਤਿੰਨੋਂ ਜਿਹੜੇ ਚੋਣਾਂ ਹੋਈਆਂ ਉਹਨਾਂ ਨਤੀਜਿਆਂ ਦਾ ਕੀ ਮਾਇਨੇ ਹੋਣਗੇ। ਤੇ ਆਮ ਆਦਮੀ ਪਾਰਟੀ ਵਾਸਤੇ ਸਿੱਧੀ ਗੱਲ ਹੈ ਵੀ ਆਰਟੀਫਿਸ਼ੀਅਲ ਜਾਂ ਮਾਹੌਲ ਦੇ ਉੱਤੇ ਡਿਪੈਂਡ ਨਹੀਂ ਹੋਣਾ ਪੈਣਾ। ਉਹਨਾਂ ਦੇ ਸਮੇਂ 'ਚ